ਸਤਿ ਸ਼੍ਰੀ ਅਕਾਲ ਜੀ। ਅਦਰਪਾਲ ਸਿੰਘ ਇੰਡੋਜ਼ ਇੰਟਰਨੈਸ਼ਨਲ ਮੋਹਾਲੀ ਤੋਂ ਅੱਜ ਆਪਾਂ ਗੱਲ ਕਰਾਂਗੇ ਜੀ ਐਕਸਪ੍ਰੈਸ ਐਂਟਰੀ ਨੂੰ ਲੈ ਕੇ। ਐਕਸਪ੍ਰੈਸ ਐਂਟਰੀ ਦੇ ਨਾਲ ਕੁਝ ਕੁਐਸਚਨਸ ਆਪਾਂ ਕਵਰ ਕਰਾਂਗੇ ਕਿ ਤੁਸੀਂ ਐਕਸਪ੍ਰੈਸ ਐਂਟਰੀ ਦੇ ਪੁਆਇੰਟਸ ਕਿੱਦਾਂ ਕੈਲਕੂਲੇਟ ਕਰ ਸਕਦੇ ਹੋ, ਪਲੱਸ ਜਿਹੜੀਆਂ ਫਰਦਰ ਕੈਨੇਡਾ ਦੇ ਵਿੱਚ ਇਲੈਕਸ਼ਨਸ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਇਮੀਗ੍ਰੇਸ਼ਨ ਪੋਲਿਸੀਜ਼ 'ਤੇ ਕੀ ਇਫੈਕਟ ਆ ਸਕਦਾ ਆ। ਸੈਕੰਡਲੀ, ਐਕਸਪ੍ਰੈਸ ਐਂਟਰੀ ਦਾ ਡਰਾਅ ਆਪਾਂ ਕਦੋਂ ਤੱਕ ਐਕਸਪੈਕਟ ਕਰ ਸਕਦੇ ਹਾਂ ਅਤੇ ਕਿੰਨੇ ਕੁ ਪੁਆਇੰਟਾਂ ਤੱਕ ਐਕਸਪੈਕਟ ਕਰ ਸਕਦੇ ਹਾਂ। ਇਹ ਕੁਝ ਸਾਨੂੰ ਕੁਐਸਚਨ ਸੀਗੇ ਜਿਨ੍ਹਾਂ ਦੇ ਬੇਸਿਸ 'ਤੇ ਅਸੀਂ ਆਪਣੀ ਵੀਡੀਓ ਦਾ ਕੰਟੈਂਟ ਫਾਈਨਲਾਈਜ਼ ਕੀਤਾ ਹੈ। ਸੋ ਮੈਨੂੰ ਉਮੀਦ ਹੈ ਤੁਸੀਂ ਵੀਡੀਓ ਪੂਰੀ ਦੇਖੋਗੇ ਤਾਂ ਕਿ ਤੁਸੀਂ ਡੀਟੇਲ ਇਨਫੋਰਮੇਸ਼ਨ ਜਾਣ ਸਕੋ। ਸਭ ਤੋਂ ਪਹਿਲਾਂ ਆਪਾਂ ਗੱਲ ਸਟਾਰਟ ਕਰਾਂਗੇ ਜੀ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਕਿੱਦਾਂ ਕੈਲਕੂਲੇਟ ਕਰਨੇ ਆ। ਐਕਸਪ੍ਰੈਸ ਐਂਟਰੀ ਦੇ ਵਿੱਚ ਜ਼ਿਆਦਾਤਰ ਬੱਚੇ ਸਹੀ ਪੁਆਇੰਟ ਕੈਲਕੂਲੇਟ ਕਰ ਲੈਂਦੇ ਨੇ, ਇੱਕ ਦੋ ਕੁ ਮਾਈਨਰ ਜਿਹੀਆਂ ਮਿਸਟੇਕਸ ਹੁੰਦੀਆਂ ਨੇ, ਖਾਸ ਕਰਕੇ ਏਜ ਨੂੰ ਲੈ ਕੇ। ਏਜ ਦੀ ਗੱਲ ਇੱਦਾਂ ਆ ਜੀ ਕਿ ਲੈਟਸ ਸੇ ਤੁਸੀਂ ਆਪਣੀ ਡੇਟ ਆਫ ਬਰਥ ਤੋਂ ਗਿਣ ਰਹੇ ਹੋ ਕਿ ਅੱਜ ਤੁਸੀਂ 28 ਸਾਲ ਦੇ ਹੋ, ਬਟ ਤੁਹਾਨੂੰ 29ਵਾਂ ਸਟਾਰਟ ਹੋ ਚੁੱਕਿਆ ਆ, ਤਾਂ ਤੁਹਾਡੀ ਏਜ ਗਿਣੀ ਜਾਊਗੀ 29 ਸਾਲ। ਇਹ ਨਹੀਂ ਹੈਗਾ ਜੇ ਤੁਸੀਂ 28 ਦੇ ਹੋ ਗਏ ਹੋ ਤਾਂ ਤੁਹਾਡੀ ਏਜ 28 ਗਿਣੀ ਜਾਊਗੀ ਵੀ 29 ਕੰਪਲੀਟ ਕਰਨ ਦੇ 29 ਹੋਣਗੇ, ਨਹੀਂ ਜੀ। ਜੋ ਤੁਹਾਨੂੰ ਕਰੰਟਲੀ ਜਿਹੜਾ ਸਾਲ ਤੁਹਾਨੂੰ ਲੱਗਿਆ ਹੋਇਆ, ਮੰਨ ਲਓ ਤੁਸੀਂ 28 ਪਿਛਲੇ ਮਹੀਨੇ ਕੰਪਲੀਟ ਕੀਤਾ ਆ, ਅੱਜ ਤੁਸੀਂ 29ਵੇਂ 'ਚ ਐਂਟਰ ਕਰ ਚੁੱਕੇ ਹੋ ਤਾਂ ਤੁਹਾਡੀ ਏਜ 29 ਗਿਣੀ ਜਾਊਗੀ। ਦਾ ਮੋਮੈਂਟ ਤੁਸੀਂ 29 ਕ੍ਰੋਸ ਕਰਕੇ 30 'ਚ ਐਂਟਰ ਕਰ ਜਾਂਦੇ ਹੋ, ਤੁਸੀਂ 5 ਪੁਆਇੰਟ ਲੂਜ਼ ਕਰ ਜਾਂਦੇ ਹੋ ਐਕਸਪ੍ਰੈਸ ਐਂਟਰੀ ਦੇ ਅੰਡਰ। ਸੋ ਇਹ ਸੀਗੀ ਏਜ ਨੂੰ ਲੈ ਕੇ। ਇੱਕ 'ਚ ਸਭ ਤੋਂ ਵੱਡੀ ਦਿੱਕਤ ਆ ਜਾਂਦੀ ਆ ਐਜੂਕੇਸ਼ਨ ਨੂੰ ਲੈ ਕੇ। ਕਈ ਬੱਚੇ ਕੀ ਮੰਨਦੇ ਨੇ ਕਿ ਜੀ ਅਸੀਂ MA ਕੀਤੀ ਆ ਅਤੇ ਸਾਡੀ ਮਾਸਟਰਸ ਮੰਨੀ ਜਾਊਗੀ, ਬਟ ਹੁਣ ਜਦੋਂ ਤੁਸੀਂ ਐਜੂਕੇਸ਼ਨ ਆਪਣੀ ਅਸੈਸ ਕਰਾਉਣੀ ਆ, ਜਦੋਂ ਆਪਣੀ ECA ਕਰਵਾਉਣੀ ਹੈ, ਕਿਸੇ ਵੀ ਬੋਡੀ ਤੁਸੀਂ ਕੋਈ ਵੀ ਬੋਡੀ ਚੂਜ਼ ਕਰਦੇ ਹੋ, ਵੈਸ IQAS ICES ICE ES ਜਾਂ ICAS, ਤੁਸੀਂ ਕੋਈ ਵੀ ਬੋਡੀ ਚੂਜ਼ ਕਰਦੇ ਹੋ ਤਾਂ ਉਦੋਂ ਪਲੀਜ਼ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਲਓ ਕਿ ਅਸੀਂ ਕਿਹੜੀ ਬੋਡੀ ਤੋਂ ਆਪਣੀ ਅਸੈਸਮੈਂਟ ਕਰਾਈਏ। ਜੇ ਤੁਸੀਂ ਵੈਸ ਤੋਂ ਕਰਵਾ ਰਹੇ ਹੋ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਜੇ ਤੁਸੀਂ BSc IT ਕੀਤੀ ਹੋਈ ਆ, ਮਾਸਟਰਸ ਆਫ ਕੰਪਿਊਟਰ ਐਪਲੀਕੇਸ਼ਨ ਕੀਤੀ ਹੋਈ ਹੈ ਜਾਂ MTech ਕੀਤੀ ਹੋਈ ਹੈ, ਫਿਰ ਹੀ ਤੁਸੀਂ ਵੈਸ ਤੋਂ ਕਰਵਾਓ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਦੇਖਣ 'ਚ ਇਹ ਆਇਆ ਕਿ ਵੈਸ ਨੇ ਸਿਰਫ ਔਰ ਸਿਰਫ ਜਿਹੜੀਆਂ ਟੈਕਨੀਕਲ ਐਜੂਕੇਸ਼ਨਸ ਹੁੰਦੀਆਂ ਨੇ, IT ਦੇ ਫੀਲਡ ਦੇ, ਇੰਜੀਨੀਅਰਿੰਗ ਦੇ ਫੀਲਡ ਦੀਆਂ, ਇਹਨਾਂ ਨੂੰ ਹੀ ਉਹ ਮਾਸਟਰਸ ਕਾਊਂਟ ਕਰਦੇ। ਅਦਰਵਾਈਜ਼ ਉਹ MBA ਨੂੰ ਵੀ ਪੋਸਟ ਗ੍ਰੈਜੂਏਟ ਡਿਪਲੋਮਾ ਮੰਨ ਲੈਂਦੇ ਨੇ, MCOM ਨੂੰ ਵੀ, ਈਵਨ MA ਨੂੰ ਵੀ ਮੰਨ ਲੈਂਦੇ ਨੇ। MA ਨੂੰ ਤਾਂ ਕਈ ਵਾਰੀ ਉਹ 4 ਸਾਲ ਦੀ ਬੈਚਲਰਸ ਹੀ ਮੰਨ ਲੈਂਦੇ ਨੇ। ਤਾਂ ਇਹ ਪ੍ਰੋਬਲਮ ਆਉਂਦੀਆਂ ਨੇ। ਇੱਕ ਖਾਸ ਕਰਕੇ ਉਹ ਬੱਚੇ ਧਿਆਨ ਦੇਣ ਜਿਨ੍ਹਾਂ ਨੇ BSc ਬਾਇਓਟੈਕਨੋਲੋਜੀ ਕੀਤੀ ਹੋਈ ਆ ਪਲੱਸ BA LLB ਕੀਤੀ ਹੋਈ ਆ। ਜੇ ਤੁਸੀਂ BSc ਬਾਇਓਟੈਕਨੋਲੋਜੀ ਕਰੀ ਹੋਈ ਆ, ਮੋਸਟ ਲਾਈਕਲੀ ਉਹ ਤੁਹਾਨੂੰ BSc ਬਾਇਓਟੈਕਨੋਲੋਜੀ ਬੈਚਲਰਸ ਦੇ ਦੇਣਗੇ। ਬਟ ਜੇ ਤੁਸੀਂ MSc ਬਾਇਓਟੈਕਨੋਲੋਜੀ ਨਾਲ ਕੀਤੀ ਹੋਈ ਆ ਤਾਂ ਉਹ ਤੁਹਾਨੂੰ ਵੈਸ ਵਾਲੇ ਤਾਂ ਬਿਲਕੁਲ ਵੀ ਤੁਹਾਨੂੰ ਮਾਸਟਰਸ ਨਹੀਂ ਦੇਣਗੇ। ਉਹ 4 ਇਅਰਸ ਬੈਚਲਰਸ ਮੰਨ ਲੈਣਗੇ ਜਾਂ ਬੈਚਲਰਸ ਪਲੱਸ ਗ੍ਰੈਜੂਏਟ ਡਿਪਲੋਮਾ ਕਰ ਲੈਣਗੇ। ਤਾਂ ਜਦੋਂ ਤੁਸੀਂ ਆਪਣਾ CRS 'ਚ ਪੁਆਇੰਟ ਕੈਲਕੂਲੇਟ ਕਰੋਗੇ ਉਦੋਂ ਤੁਸੀਂ ਮਾਸਟਰਸ 'ਚ ਨਹੀਂ ਜਾਓਗੇ, 2 ਮੋਰ 'ਚ ਚਲੇ ਜਾਓਗੇ। ਸੇਮ ਕਈ ਬੰਦੇ ਜਿਨ੍ਹਾਂ ਨੇ BA LLB 5 ਸਾਲ ਦੀ ਕੀਤੀ ਹੁੰਦੀ ਹੈ, ਉਹ ਮੰਨ ਲੈਂਦੇ ਨੇ ਕਿ ਸਾਡੀ 5 ਸਾਲ ਦੀ ਡਿਊਰੇਸ਼ਨ ਹੈ ਤਾਂ ਉਹ ਮੋਸਟ ਲਾਈਕਲੀ ਸਾਡੀ ਮਾਸਟਰਸ ਹੋਊਗੀ। ਬਟ ਨਹੀਂ, ਜੇ ਤੁਸੀਂ ਲਾਅ ਦੀ ਸਟੱਡੀ ਕੀਤੀ ਆ, LLB ਕਰੀ ਹੈ ਤਾਂ ਉਹ ਤੁਹਾਨੂੰ ਬੈਚਲਰਸ ਹੀ ਮੰਨਣਗੇ। ਉਹਦੀ ਡਿਊਰੇਸ਼ਨ 3 ਸਾਲ ਆ, 5 ਸਾਲ ਆ, ਡਜ਼ਨਟ ਮੈਟਰ। ਜੇ ਤੁਸੀਂ LLM ਕੀਤੀ ਹੋਈ ਆ, ਮਾਸਟਰਸ ਕਰੀ ਹੋਈ ਆ, ਫਿਰ ਉਹ ਤੁਹਾਨੂੰ ਮਾਸਟਰਸ 'ਚ ਮੰਨਣਗੇ, ਅਦਰਵਾਈਜ਼ ਉਹ ਮਾਸਟਰਸ 'ਚ ਨਹੀਂ ਮੰਨਦੇ ਹੈਗੇ। ਤਾਂ ਇੱਕ ਆਪਣੀ ਬੋਡੀ ਬਹੁਤ ਵਾਈਜ਼ਲੀ ਚੂਜ਼ ਕਰੋ ਕਿ ਤੁਸੀਂ ਕਿਹੜੀ ਬੋਡੀ। ਅਤੇ ਜਦੋਂ ਤੁਸੀਂ ਕਿਸੇ ਵੀ ਬੋਡੀ ਤੋਂ ਅਸੈਸਮੈਂਟ ਅਪਲਾਈ ਕਰਦੇ ਹੋ, PR ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਪਰਸੈਂਟੇਜ ਮੈਟਰ ਨਹੀਂ ਕਰਦੀ, ਬਟ ਇਹ ਬੋਡੀਜ਼ ਨੂੰ ਪਰਸੈਂਟੇਜ ਮੈਟਰ ਕਰਦੀ ਆ। ਪਲੱਸ ਯੂਨੀਵਰਸਿਟੀ ਤੁਹਾਡੀ ਕਿਸ ਸਟੈਂਡਰਡ ਦੀ ਆ, ਕਿਹੜੀ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੀ ਐਜੂਕੇਸ਼ਨ ਨੂੰ ਉਹ ਵਧੀਆ ਮੰਨਦੇ ਨੇ, ਕਿਹਨਾਂ ਦੀ ਨੂੰ ਉਹ ਮਾੜੀ ਮੰਨਦੇ ਨੇ। ਤਾਂ ਬੋਡੀ ਧਿਆਨ ਨਾਲ ਚੁਣੋ, ਆਪਣੀ ਪਰਸੈਂਟੇਜ ਦੇਖ ਕੇ ਚੁਣੋ, ਪਲੱਸ ਤੁਹਾਡੇ ਕੋਲ ਕਿਹੜੀ ਐਜੂਕੇਸ਼ਨ ਆ ਇਹ ਦੇਖ ਕੇ ਚੁਣੋ। ਸੋ ਇਹ ਸੀਗਾ ਜੀ ਐਜੂਕੇਸ਼ਨ ਨੂੰ ਲੈ ਕੇ। ਹੁਣ ਇਸ ਤੋਂ ਬਾਅਦ ਕਈ ਹੁੰਦੇ ਨੇ, ਕਈ ਉਹਦੇ 'ਚ ਦਿੱਕਤ ਆ ਜਾਂਦੀ ਹੈ ਬੱਚਿਆਂ ਨੂੰ ਫਰੈਂਚ ਨੂੰ ਲੈ ਕੇ ਕਿ ਜੇ ਅਸੀਂ ਫਰੈਂਚ ਦੇ ਪੁਆਇੰਟਸ ਕਿੱਦਾਂ ਕੈਲਕੂਲੇਟ ਕਰੀਏ। ਕਿਉਂਕਿ ਜਦੋਂ ਤੁਸੀਂ CRS ਖੋਲ੍ਹਦੇ ਹੋ ਉਹਦੇ ਵਿੱਚ ਉਹਨਾਂ ਨੇ 2 ਆਪਸ਼ਨ ਦਿੱਤੀਆਂ ਹੁੰਦੀਆਂ ਨੇ, TEF TCF। ਇਹ ਬੇਸਿਕਲੀ ਜਿੱਦਾਂ ਆਪਾਂ IELTS ਦੇ ਪੁਆਇੰਟ ਕੈਲਕੂਲੇਟ ਕਰਦੇ ਹਾਂ 777-8, ਤਾਂ IELTS ਦੀ ਜਿਹੜੀ ਕਲਾਸੀਫਿਕੇਸ਼ਨ ਆ ਉਹ 1 to 9 ਦੇ ਵਿੱਚੋਂ ਆਉਂਦੀ ਆ। ਸੇਮ ਜਿੱਦਾਂ SELPIP ਦੇ ਕਾਊਂਟ ਕਰਦੇ ਆ, SELPIP 1 to 12 ਆਉਂਦੀ ਆ। ਬਟ ਜਦੋਂ ਆਪਾਂ ਇਹ TEF ਅਤੇ TCF ਕਰਦੇ ਹਾਂ, ਇਹਨਾਂ ਦੀ ਵੀ ਕਲਾਸੀਫਿਕੇਸ਼ਨ ਡਿਫਰੈਂਟ ਹੁੰਦੀ ਹੈ। ਇੱਕ ਮੇਰੇ ਖਿਆਲ 450 ਤੱਕ ਜਾਂਦੀ ਹੈ, ਇੱਕ ਸ਼ਾਇਦ 20 ਤੱਕ ਹੁੰਦੀ ਆ। ਸੋ ਇਹ ਤੁਸੀਂ ਵਾਈਜ਼ਲੀ ਦੇਖੋ ਵੀ ਤੁਸੀਂ ਕਿਹੜਾ ਫਰੈਂਚ ਦਾ ਐਗਜ਼ਾਮ ਦਿੱਤਾ ਆ, ਤੁਹਾਡੇ ਕੀ ਪੁਆਇੰਟਸ ਨੇ, ਉਹਨਾਂ ਨੂੰ CRS ਕਿੱਥੇ ਕੈਲਕੂਲੇਟ ਕਰ ਰਿਹਾ। ਸੋ ਇਸ ਚੀਜ਼ ਨੂੰ ਧਿਆਨ ਨਾਲ ਚੁਣੋ। ਇੱਕ ਇਸ ਤੋਂ ਬਾਅਦ ਕੈਲਕੂਲੇਸ਼ਨ ਦੇ ਵਿੱਚ ਬੇਸਿਕਲੀ ਉਸ ਤੋਂ ਬਾਅਦ ਐਕਸਪੀਰੀਅੰਸ ਨੂੰ ਲੈ ਕੇ ਇੱਕ ਕਨਫਿਊਜ਼ਨ ਦੇਖਣ 'ਚ ਆਇਆ
ਜਿਹੜਾ ਇਹ ਹੁੰਦਾ ਹੈ ਕਿ ਕਈ ਬੰਦੇ ਓਵਰਸੀਜ਼, ਉੱਥੇ ਉਹਨਾਂ ਨੇ ਲਿਖਿਆ ਹੁੰਦਾ ਹੈ ਕਿ ਕੈਨੇਡੀਅਨ ਓਵਰਸੀਜ਼ ਐਕਸਪੀਰੀਅੰਸ ਤੇ ਕੈਨੇਡੀਅਨ ਐਕਸਪੀਰੀਅੰਸ। ਜਦੋਂ ਤੁਸੀਂ ਕੈਨੇਡਾ ਤੋਂ ਬਾਹਰ ਬੈਠੇ ਹੋ ਤਾਂ ਤੁਸੀਂ ਉਹਨਾਂ ਲਈ ਓਵਰਸੀਜ਼ ਐਪਲੀਕੈਂਟ ਹੋ, ਤਾਂ ਤੁਸੀਂ ਓਵਰਸੀਜ਼ ਵਾਲਾ ਹੀ ਚੁਣਨਾ ਆ। ਉਹਦੀ ਤੁਹਾਨੂੰ ਇੱਕ ਸੌਖੀ ਪਛਾਣ ਦੱਸ ਦਿੰਦਾ ਕਿ ਉਹਦੇ ਵਿੱਚ 3 years ਔਰ ਮੋਰ ਲਿਖਿਆ ਹੁੰਦਾ ਹੈ। 3 ਸਾਲ ਤੋਂ ਵੱਧ ਦੇ ਤੁਸੀਂ ਉਹਦੇ 'ਚ ਪੁਆਇੰਟ ਨਹੀਂ ਕਲੇਮ ਕਰ ਸਕਦੇ। ਹਾਂ, ਉਹ 3 ਸਾਲ ਪਿਛਲੇ 10 ਸਾਲ ਦੇ ਵਿੱਚ ਹੋ ਸਕਦੇ ਨੇ, ਤਾਂ ਉਹਦੇ ਤੁਹਾਨੂੰ ਪੁਆਇੰਟਸ ਮਿਲ ਜਾਂਦੇ ਨੇ। ਸੋ ਇਹ ਕ੍ਰਾਈਟੀਰੀਆ ਹੈ ਜੀ। ਕੁਝ ਮਿਸਟੇਕਸ ਨੇ ਜਿਹੜੀਆਂ ਕਾਮਨਲੀ ਦੇਖਣ 'ਚ ਮਿਲੀਆਂ ਨੇ। ਹੁਣ ਇਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਕਿ ਕਰੰਟਲੀ ਜਿਹੜੀ ਇਮੀਗ੍ਰੇਸ਼ਨ ਕੈਨੇਡਾ ਜਿਹੜੀ ਇਲੈਕਸ਼ਨ ਹੋਣ ਜਾ ਰਹੀਆਂ ਨੇ, ਉਹਨਾਂ ਦਾ ਇਮੀਗ੍ਰੇਸ਼ਨ ਪੋਲਿਸੀਜ਼ 'ਤੇ ਕੀ ਇਫੈਕਟ ਆਊਗਾ। ਇਹ ਉਹਨਾਂ ਨੂੰ ਦੇਖੋ, ਨਾ ਤਾਂ ਅਸੀਂ ਪੱਤਰਕਾਰ ਹਾਂ ਜੀ, ਨਾ ਅਸੀਂ ਕੋਈ ਨਿਊਜ਼ ਚੈਨਲ ਰਨ ਕਰਦੇ ਹਾਂ ਵੀ ਸਾਡੇ ਪੋਲੀਟੀਕਲ ਪਾਰਟੀਜ਼ 'ਚ ਸੋਰਸਿਸ ਹੈਗੇ ਨੇ ਜਾਂ ਸਾਡੇ ਇਮੀਗ੍ਰੇਸ਼ਨ 'ਚ ਸੋਰਸਿਸ ਹੈਗੇ ਨੇ ਵੀ ਅਸੀਂ ਤੁਹਾਨੂੰ ਅੰਦਰ ਦੀ ਇਨਫੋਰਮੇਸ਼ਨ ਦੇ ਸਕੀਏ। ਅਸੀਂ ਇਹ ਜਿਹੜੀਆਂ ਅਜ਼ੰਪਸ਼ਨਸ ਲਾ ਰਹੇ ਹਾਂ, ਇਹ ਬੇਸਡ ਔਨ ਦੀ ਪ੍ਰੀਵੀਅਸ ਐਕਸ਼ਨਸ ਨੇ। ਗਵਰਨਮੈਂਟ ਇਸ ਟਾਈਮ ਕਿਸ ਮੂਡ ਦੇ ਵਿੱਚ, ਉਹਨਾਂ ਦੀ ਇਮੀਗ੍ਰੇਸ਼ਨ ਪੋਲਿਸੀ ਕਿਸ ਮੂਡ ਦੇ ਵਿੱਚ ਹੈ, ਪਲੱਸ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਦੇ ਫਿਊਚਰ ਟਾਰਗੇਟਸ ਕੀ ਨੇ। ਇਹਨਾਂ ਚੀਜ਼ਾਂ ਦੇ ਬੇਸਿਸ 'ਤੇ ਹੀ ਆਪਾਂ ਅਜ਼ੰਪਸ਼ਨ ਲਾਵਾਂਗੇ ਕਿ ਫਿਊਚਰ 'ਚ ਇਮੀਗ੍ਰੇਸ਼ਨ ਪੋਲਿਸੀਜ਼ ਕਿੱਦਾਂ ਦੀਆਂ ਹੋ ਸਕਦੀਆਂ ਨੇ। ਸੇਮ ਚੀਜ਼ ਇਹਨਾਂ ਹੀ ਕੁਐਸਚਨਸ ਦੇ ਬੇਸਿਸ 'ਤੇ ਆਪਾਂ ਅਜ਼ਿਊਮ ਕਰਾਂਗੇ ਕਿ ਜਿਹੜੀਆਂ ਫਿਊਚਰ 'ਚ ਐਕਸਪ੍ਰੈਸ ਐਂਟਰੀ ਦਾ ਡਰਾ ਆਉਣਾ ਆ, ਕਦੋਂ ਤੱਕ ਆ ਸਕਦਾ ਆ ਤੇ ਕਿੰਨੇ ਪੁਆਇੰਟਸ 'ਤੇ ਆ ਸਕਦਾ ਆ। ਸਭ ਤੋਂ ਪਹਿਲਾਂ ਆਪਾਂ ਇਮੀਗ੍ਰੇਸ਼ਨ ਦੀ ਪੋਲਿਸੀ ਨੂੰ ਲੈ ਕੇ ਗੱਲ ਕਰੀਏ ਜੀ। ਇਮੀਗ੍ਰੇਸ਼ਨ ਦੀ ਪੋਲਿਸੀ ਦੇਖੋ, ਇਹ ਡਿਸਾਈਡ ਕਰੀ ਜਾਂਦੀ ਹੈ ਨੈਸ਼ਨਲ ਲੈਵਲ 'ਤੇ ਕਿ ਸਾਨੂੰ ਕਿੰਨੇ ਇਮੀਗ੍ਰੈਂਟਸ ਚਾਹੀਦੇ ਨੇ, ਕਿਹੜੇ ਫੀਲਡਸ ਚਾਹੀਦੇ ਨੇ ਤੇ ਕਿਹੜੇ ਸਕਿੱਲ ਦੇ ਨਾਲ ਚਾਹੀਦੇ ਨੇ, ਪਲੱਸ ਕਿਹੜੀ ਪ੍ਰੋਵਿੰਸਿਸ ਦੇ ਵਿੱਚ ਚਾਹੀਦੇ ਨੇ। ਅੱਜ ਦੇ ਟਾਈਮ ਦੇ ਵਿੱਚ ਆਪਾਂ ਮੰਨਦੇ ਹਾਂ ਕਿ ਕੈਨੇਡਾ ਦੀ ਪੋਲਿਸੀ ਇਮੀਗ੍ਰੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਲਿਬਰਲ ਹੈ, ਬਹੁਤ ਜ਼ਿਆਦਾ ਈਜ਼ੀ ਆ। ਪਲੱਸ ਅੱਜ ਇੱਕ ਹੋਰ ਅਪਡੇਟ ਆਈ ਹੈ ਕਿ ਜਿਨ੍ਹਾਂ ਬੰਦਿਆਂ ਕੋਲ ਟੂਰਿਸਟ ਵੀਜ਼ਾ ਹੈਗਾ ਆ, ਉਹ ਅੱਜ ਦੀ ਟਾਈਮ ਦੇ ਵਿੱਚ ਕੈਨੇਡਾ ਜਾ ਕੇ ਵਰਕ ਪਰਮਿਟ ਲੈ ਸਕਦੇ ਨੇ। ਇਹ ਪੋਲਿਸੀ ਉਹਨਾਂ ਨੇ ਐਕਸਟੈਂਡ ਕਰਤੀ ਆ ਮਾਰਚ 2022 ਤੱਕ। ਸੋ ਜੇ ਤੁਹਾਡੇ ਕੋਲ ਟੂਰਿਸਟ ਵੀਜ਼ਾ ਹੈਗਾ ਆ, ਕੈਨੇਡਾ ਜਾਓ, ਜਾ ਕੇ ਆਪਣਾ ਵਰਕ ਪਰਮਿਟ ਕਨਵਰਟ ਕਰਵਾ ਸਕਦੇ ਹੋ LMI ਲੈ ਕੇ। ਹੁਣ ਆਪਾਂ ਗੱਲ ਕਰੀਏ ਕਿ ਜੀ ਪੋਲਿਸੀਜ਼ ਕਿੱਦਾਂ ਦੀਆਂ ਰਹਿਣਗੀਆਂ। ਜੋ ਇਮੀਗ੍ਰੇਸ਼ਨ ਨੇ ਪ੍ਰੀਵੀਅਸਲੀ ਆਪਣੇ ਟਾਰਗੇਟ ਸੈੱਟ ਕਰੇ ਸੀਗੇ ਕਿ ਗਵਰਨਮੈਂਟ ਨੇ ਵੀ ਅਸੀਂ ਇੰਨੇ ਇਮੀਗ੍ਰੈਂਟ ਲੈਣੇ ਆ, ਉਹਨਾਂ ਦਾ ਕੋਟਾ ਹਾਲੇ ਤੱਕ ਉਹ 40 ਤੋਂ 50% ਕੋਟਾ ਹੀ ਫੁੱਲ ਕਰ ਚੁੱਕੇ ਨੇ, ਜਿਹਦੇ ਵਿੱਚ ਸਭ ਤੋਂ ਵੱਡਾ ਡਿਲੇ ਦਾ ਕਾਰਨ ਕੋਵਿਡ ਬਣਿਆ ਆ। ਬਟ ਜੇ ਆਪਾਂ ਇਹ ਕੋਟੇ ਦੇ ਬੇਸਿਸ 'ਤੇ ਦੇਖੀਏ ਕਿ ਉਹਨਾਂ ਦਾ ਕੀ ਟਾਰਗੇਟ ਸੀ ਅਤੇ ਉਹਨਾਂ ਨੇ ਕਿੰਨਾ ਫੁੱਲਫਿਲ ਕਰਿਆ, ਜੇ ਆਪਾਂ ਇਹਦੇ ਬੇਸਿਸ 'ਤੇ ਦੇਖੀਏ ਤਾਂ ਆਪਾਂ ਨੂੰ ਇਹ ਵੀ ਪਤਾ ਕਲੀਅਰ ਹੋ ਜਾਂਦਾ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਦੀ ਪੋਲਿਸੀਜ਼ ਲੀਨੀਅੰਟ ਹੀ ਰਹਿਣਗੀਆਂ। ਜਿਹੜੀ ਇਹਨਾਂ 'ਚ ਸਟ੍ਰਿਕਟਨੈਸ ਆ ਸਕਦੀ ਆ, ਮੰਨ ਲਓ ਕੱਲ੍ਹ ਨੂੰ ਉੱਥੇ ਕੋਈ ਕੰਜ਼ਰਵੇਟਿਵ ਗਵਰਨਮੈਂਟ ਹੈ ਜਿਹੜੀ ਉਹ ਪਾਵਰ ਦੇ ਵਿੱਚ ਆ ਜਾਂਦੀ ਆ, ਉਹਨਾਂ ਨੂੰ ਉੱਥੇ ਜਾ ਕੇ ਉਹ ਕੁਝ ਪੋਲਿਸੀਜ਼ ਨੂੰ ਲੈ ਕੇ ਸਟ੍ਰਿਕਟ ਹੋ ਸਕਦੇ ਨੇ। ਹੋ ਸਕਦਾ ਉਹਨਾਂ ਦੀ ਕੈਂਪੇਨ ਐਂਟੀ ਇਮੀਗ੍ਰੈਂਟ ਦੇ ਬੇਸਿਸ 'ਤੇ ਹੋਵੇ ਵੀ ਉਹਨਾਂ ਨੇ ਉੱਥੇ ਦੇ ਕੰਜ਼ਰਵੇਟਿਵ ਲੋਕਾਂ ਦੀ ਵੋਟ ਲੈਣ ਲਈ ਪੋਲਿਸੀ ਇੱਦਾਂ ਦੀ ਬਣਾਈ ਹੋਵੇ। ਉਸ ਕੇਸ ਦੇ ਵਿੱਚ ਉਹ ਆਪਣਾ ਇਮੀਗ੍ਰੈਂਟਸ ਦਾ ਸਟਾਕ ਨਹੀਂ ਖਤਮ ਕਰ ਸਕਦੇ, ਕਿਉਂਕਿ ਇਮੀਗ੍ਰੈਂਟ ਕਿਸੇ ਵੀ ਕੰਟਰੀ ਲਈ ਜ਼ਰੂਰੀ ਕਿਉਂ ਆ। ਸਭ ਤੋਂ ਪਹਿਲਾਂ ਇਹ ਚੀਜ਼ ਸਮਝੋ, ਇੱਕ ਬੱਚਾ ਕੈਨੇਡਾ 'ਚ ਜੰਮਦਾ, 18 ਸਾਲ ਤੱਕ ਉਹਨੂੰ ਗਵਰਨਮੈਂਟ ਸਪੋਰਟ ਦਿੰਦੀ ਆ, ਉਹਦੀ ਐਜੂਕੇਸ਼ਨ ਫ੍ਰੀ ਆ, ਉਹਨੂੰ ਮੰਥਲੀ ਕੁਛ ਪੇ ਕਰਿਆ ਜਾਂਦਾ, ਉਹਦੇ ਮੈਡੀਕਲ ਸਾਰਾ ਖਰਚਾ ਗਵਰਨਮੈਂਟ ਚੱਕਦੀ ਆ। ਉਸ ਤੋਂ ਬਾਅਦ ਦੇਖਿਆ ਇਹ ਜਾਂਦਾ ਵੀ ਕਿਸੇ ਵੀ ਕੰਟਰੀ ਹੈ ਜਿਹੜੀ ਉਹਦਾ ਡੈਮੋਗ੍ਰਾਫਿਕ ਡਿਵੀਡੈਂਡ ਕੀ ਆ। ਡੈਮੋਗ੍ਰਾਫਿਕ ਡਿਵੀਡੈਂਡ ਬੇਸਿਕਲੀ ਉੱਥੇ ਦੀ ਵਰਕ ਫੋਰਸ ਨੂੰ ਕਿਹਾ ਜਾਂਦਾ। ਇਹ ਅੰਗਰੇਜ਼ੀ ਦੇ ਵਿੱਚ ਬੜੇ ਵਧੀਆ ਅੱਖਰ ਕੱਢ ਕੇ ਲਿਆਂਦੇ ਜਾਂਦੇ ਨੇ, ਲੇਬਰ ਦੀ ਬਜਾਏ ਡੈਮੋਗ੍ਰਾਫਿਕ ਡਿਵੀਡੈਂਡ। ਹੁਣ ਉਹ ਕਹਿੰਦੇ ਨੇ ਕਿ ਜੀ ਕੋਈ ਵੀ ਕੰਟਰੀ ਆ, ਉਹਦੀ ਯੰਗ ਪੋਪੂਲੇਸ਼ਨ ਜ਼ਿਆਦਾ ਹੋਣੀ ਚਾਹੀਦੀ ਆ ਅਤੇ ਏਜਿੰਗ ਪੋਪੂਲੇਸ਼ਨ ਘੱਟ ਹੋਣੀ ਚਾਹੀਦੀ ਆ। ਤਾਂ ਕਰਕੇ ਕਿਉਂਕਿ ਜਿਹੜੇ ਯੰਗ ਲੋਕੀ ਨੇ ਉਹਨਾਂ ਨੇ ਜ਼ਿਆਦਾ ਕੰਮ ਕਰਨਾ, ਉਹਨਾਂ ਨੇ ਟੈਕਸ ਪੇ ਕਰਨਾ ਹੈ। ਜਿਹੜੀ ਏਜਿੰਗ ਪੋਪੂਲੇਸ਼ਨ ਹੈ, ਪੋਸਟ ਰਿਟਾਇਰਮੈਂਟ ਆ, ਉਹਨਾਂ ਨੇ ਕੰਮ ਕੋਈ ਨਹੀਂ ਕਰਨਾ ਹੈਗਾ, ਬਟ ਗਵਰਨਮੈਂਟ ਤੋਂ ਉਹਨਾਂ ਨੇ ਬੈਨੀਫਿਟ ਲੈਣੇ ਨੇ। ਉਹ ਬੈਨੀਫਿਟ ਉਹਨਾਂ ਦੇ ਹੱਕ ਵੀ ਬਣਦਾ ਹੈ, ਕਿਉਂਕਿ ਉਹਨਾਂ ਨੇ ਬਹੁਤ ਜ਼ਿੰਦਗੀ 'ਚ ਬਹੁਤ ਕੰਮ ਕਰਿਆ ਅਤੇ ਗਵਰਨਮੈਂਟ ਨੂੰ ਬਹੁਤ ਟੈਕਸ ਭਰਿਆ। ਸੋ ਜੇ ਆਪਾਂ ਉਹ ਡੈਮੋਗ੍ਰਾਫਿਕ ਡਿਵੀਡੈਂਡ ਦੇਖੀਏ, ਕੈਨੇਡਾ ਕੋਲ ਘੱਟ ਹੈ, ਤਾਂ ਕੈਨੇਡਾ ਨੂੰ ਇਮੀਗ੍ਰੈਂਟ ਬੈਸਟ ਆਪਸ਼ਨ ਹੁੰਦੀ ਆ। ਇਮੀਗ੍ਰੈਂਟ ਨੂੰ ਉਹ ਕਹਿੰਦੇ ਨੇ ਕਿ ਇੰਗਲਿਸ਼ ਦਿਖਾਓ, ਐਜੂਕੇਸ਼ਨ ਦਿਖਾਓ, ਆਪਣਾ ਸਕਿੱਲ ਦਿਖਾਓ ਅਤੇ ਸਾਡੇ ਕੋਲ ਆ ਜਾਓ। ਤਾਂ ਨਾ ਤਾਂ ਉਹਨਾਂ ਨੂੰ ਜਿਹੜੀ 18 ਸਾਲ ਤੱਕ ਦੀ ਜਿਹੜੀ ਉਹਨਾਂ ਨੂੰ ਏਡ ਵਗੈਰਾ ਦੇਣੀ ਪੈਂਦੀ ਹੈ, ਜੋ ਖਰਚਾ ਉਹਨਾਂ ਨੂੰ ਕਰਨਾ ਪੈਂਦਾ, ਉਹ ਵੀ ਉਹਨਾਂ ਦਾ ਬਚ ਗਿਆ। ਪਲੱਸ ਉਹਨਾਂ ਕੋਲ ਉੱਥੇ ਵਰਕਿੰਗ ਪੋਪੂਲੇਸ਼ਨ ਜ਼ਿਆਦਾ ਹੋ ਗਈ ਅਤੇ ਉਹਨਾਂ ਦੇ ਜਿਹੜੇ ਉੱਥੇ ਬੈਨੀਫਿਸ਼ਰੀਜ਼ ਨੇ, ਓਲਡ ਏਜ ਪੀਪਲ ਨੇ, ਉਹ ਘੱਟ ਗਏ। ਤਾਂ ਉਹਨਾਂ ਨੂੰ ਜੋ ਟੈਕਸ ਤੋਂ ਜਿਹੜੀ ਇਨਕਮ ਹੋਣੀ ਆ, ਉਹਦੇ ਨਾਲ ਉਹ ਆਪਣੇ ਸੀਨੀਅਰ ਸਿਟੀਜ਼ਨਸ ਨੂੰ ਵੀ ਸਰਵ ਕਰ ਸਕਦੇ ਨੇ, ਪਲੱਸ ਉਹਨਾਂ ਨੂੰ ਕੋਈ ਟੈਕਸ ਪੇਅਰ ਦੀ ਪੋਪੂਲੇਸ਼ਨ ਜ਼ਿਆਦਾ ਹੋਊਗੀ। ਤਾਂ ਇਹ ਦੋ ਕਾਰਨ ਨੇ ਜਿਨ੍ਹਾਂ ਕਰਕੇ ਇਮੀਗ੍ਰੇਸ਼ਨ ਦੇਖੀ ਜਾਂਦੀ ਹੈ। ਆਪਣੇ ਟਾਰਗੇਟਸ ਤੋਂ ਉਹ ਸ਼ਾਰਟ ਨੇ, ਡੈਮੋਗ੍ਰਾਫਿਕ ਡਿਵੀਡੈਂਡ ਉਹਨਾਂ ਕੋਲ ਘੱਟ ਹੈ
ਤਾਂ ਇਮੀਗ੍ਰੈਂਟ ਦੀਆਂ ਪੋਲਿਸੀਜ਼ ਨੇ ਜਿਹੜੀਆਂ ਲੀਨੀਅੰਟ ਹੀ ਰਹਿਣਗੀਆਂ। ਜੇ ਉਹਨਾਂ 'ਚ ਸਟ੍ਰਿਕਟਨੈਸ ਆਉਂਦੀ ਹੈ ਤਾਂ ਕੀ ਆਉਂਦੀ ਹੈ? ਸਟ੍ਰਿਕਟਨੈਸ ਆ ਸਕਦੀ ਆ BC ਦੀ PNP ਬੰਦ ਕਰ ਦੇਣਗੇ, ਅਲਬਰਟਾ ਦੀ PNP ਬੰਦ ਕਰ ਦੇਣਗੇ, ਓਨਟਾਰੀਓ ਦੀ PNP ਟੋਟਲੀ ਬੰਦ ਕਰ ਦੇਣਗੇ। ਸਸਕੈਚੁਅਨ ਦੀ ਤਾਂ ਫਿਰ ਵੀ ਖੁੱਲ੍ਹੀ ਰੱਖਣੀ ਪੈਣੀ ਹੈ ਕਿਉਂਕਿ ਉੱਥੇ ਪਾਪੂਲੇਸ਼ਨ ਏਜ ਉੱਥੇ ਉਹਨਾਂ ਦੀ ਪਾਪੂਲੇਸ਼ਨ ਘੱਟ ਹੈ। ਉਹਨਾਂ ਨੇ ਇੱਕ ਪਾਇਲਟ ਪ੍ਰੋਗਰਾਮ ਰਨ ਕਰਿਆ ਸੀਗਾ ਨਿਊ ਬਰੰਸਵਿਕ ਲਈ ਜਾਂ ਹੋਰ ਲੈਬਰਾਡੋਰ ਆਇਲੈਂਡ ਵਗੈਰਾ ਲਈ, ਉੱਥੇ ਵੀ ਪਾਪੂਲੇਸ਼ਨ ਉਹਨਾਂ ਦੀ ਘੱਟ ਹੈ, ਤਾਂ ਉਸੇ ਲਈ ਉਹਨਾਂ ਨੂੰ ਇਮੀਗ੍ਰੇਸ਼ਨ ਖੁੱਲ੍ਹੀ ਹੀ ਰੱਖਣੀ ਪੈ ਸਕਦੀ ਹੈ। ਤਾਂ ਸਿਰਫ ਇਹ ਹੋ ਸਕਦਾ ਆ ਕਿ ਉਹ ਮੇਨ ਸ਼ਹਿਰਾਂ ਤੋਂ ਫੋਕਸ ਚੱਕ ਕੇ ਉਹਨਾਂ ਏਰੀਆਜ਼ ਦੇ ਵਿੱਚ ਕਰ ਦੇਣ ਜਿਨ੍ਹਾਂ ਦੇ ਵਿੱਚ ਪਾਪੂਲੇਸ਼ਨ ਘੱਟ ਹੈ, ਜਿੱਦਾਂ ਕਿ ਆਸਟ੍ਰੇਲੀਆ ਨੇ ਕਰਿਆ। ਆਸਟ੍ਰੇਲੀਆ ਆਪਾਂ ਸਾਰੇ ਮੰਨਦੇ ਹਾਂ ਕਿ ਇਮੀਗ੍ਰੇਸ਼ਨ ਬਹੁਤ ਸਟ੍ਰਿਕਟ ਹੈ ਜੀ, PR ਬੜੀ ਸਟ੍ਰਿਕਟ ਹੈ। ਉਹਨਾਂ ਨੇ ਕੀ ਕਰਿਆ? ਉਹਨਾਂ ਨੇ 491 ਸਬ ਕਲਾਸ ਇੱਕ ਇੰਟਰੋਡਿਊਸ ਕਰੀ, ਜਿਹਦੇ ਵਿੱਚ ਉਹਨਾਂ ਨੇ ਪ੍ਰੋਪਰ ਨੌਕ ਕੋਡ, ਉਹਨਾਂ ਨੇ ਪਿੰਨ ਕੋਡ ਦੇ ਦਿੱਤੇ ਕਿ ਜੀ ਇਹ ਪਿੰਨ ਕੋਡ ਨੇ, ਇਹਨਾਂ ਨੂੰ ਅਸੀਂ ਰੀਜਨਲ ਏਰੀਆ ਦੇ ਵਿੱਚ ਮੰਨ ਰਹੇ ਹਾਂ। ਤੁਸੀਂ ਇਹਨਾਂ ਏਰੀਆ 'ਚ ਜਾਓ, 3 ਮਹੀਨੇ ਦਾ ਐਕਸਪੀਰੀਅੰਸ ਪਲੱਸ 1 ਸਾਲ ਦੀ ਜੋਬ ਆਫਰ ਲੈ ਕੇ ਆਓ, ਅਸੀਂ ਤੁਹਾਨੂੰ 491 ਸਬ ਕਲਾਸ ਦੇ ਅੰਡਰ PR ਦੇ ਦਿੰਦੇ। 491 ਦੇ ਵਿੱਚ ਉਹਨਾਂ ਨੇ ਤੁਹਾਨੂੰ 5 ਸਾਲ ਦਾ ਵੀਜ਼ਾ ਦੇਣਾ, 3 ਸਾਲ ਤੁਸੀਂ ਉੱਥੇ ਰਹਿਣਾ, ਉਸ ਤੋਂ ਬਾਅਦ ਤੁਹਾਨੂੰ PR ਮਿਲ ਜਾਂਦੀ ਹੈ। ਸੋ ਇੱਦਾਂ ਦੀ ਹੀ ਕੋਈ ਪੋਲਿਸੀ ਸ਼ਾਇਦ ਕੈਨੇਡਾ 'ਚ ਆ ਜਾਵੇ ਜੇ ਕੋਈ ਕੱਲ੍ਹ ਉੱਥੇ ਕੰਜ਼ਰਵੇਟਿਵ ਗਵਰਨਮੈਂਟ ਆ ਜਾਂਦੀ ਹੈ ਜਾਂ ਉੱਥੇ ਦੀ ਉਹ ਗਵਰਨਮੈਂਟ ਆ ਜਿਹੜੀ ਉਹ ਕੰਜ਼ਰਵੇਟਿਵ ਪੋਲਿਸੀਜ਼ ਲੈ ਕੇ ਆ ਜਾਂਦੀ ਹੈ। ਸੋ ਇੰਨਾ ਕੀ ਡਿਫਰੈਂਸ ਆ ਸਕਦਾ ਆ। ਹੁਣ ਆਪਾਂ ਗੱਲ ਕਰਦੇ ਹਾਂ ਕਿ ਐਕਸਪ੍ਰੈਸ ਐਂਟਰੀ ਦਾ ਡਰਾਅ ਕਦੋਂ ਆਉਣਾ ਆ, ਕਿੰਨੇ ਕੁ ਪੁਆਇੰਟਸ 'ਤੇ ਆਉਣਾ ਆ। ਅਜ਼ੰਪਸ਼ਨ ਇਹ ਮੰਨੀ ਜਾ ਰਹੀ ਹੈ ਕਿ ਹੋ ਸਕਦਾ ਹੈ ਹੁਣ ਸੈਪਟੈਂਬਰ ਹੋ ਗਿਆ ਜੀ, ਅਕਤੂਬਰ, ਨਵੰਬਰ, ਦਸੰਬਰ, ਇਹਨਾਂ 3 ਮਹੀਨਿਆਂ ਦੇ ਵਿੱਚ ਹੋ ਸਕਦਾ 1 ਤੋਂ 2 ਡਰਾਅਸ ਆ ਜਾਣ। ਉਹ ਆਪਾਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਆਧਾਰ 'ਤੇ ਆਪਾਂ ਇਹ ਅਜ਼ਿਊਮ ਕਰ ਰਹੇ ਹਾਂ ਕਿ ਇਹ 2 ਮਹੀਨਿਆਂ ਦੇ ਵਿੱਚ ਜਾਂ 3 ਦੇ ਵਿੱਚ ਇਹ ਡਰਾਅ ਆ ਜਾਏਗਾ। ਸਭ ਤੋਂ ਪਹਿਲਾ ਕਾਰਨ ਉਹਨਾਂ ਦਾ ਸਟੂਡੈਂਟ ਬੈਕਲੌਗ ਸੀਗਾ, ਉਹਨਾਂ ਨੇ ਕਲੀਅਰ ਕਰਤਾ ਆ। ਐਕਸੈਪਟ ਕਿਊਬਿਕ ਦਾ ਹਲੇ ਬੈਕਲੌਗ ਥੋੜ੍ਹਾ ਬਹੁਤ ਪਿਆ ਆ, ਬਟ ਉਹਨਾਂ ਨੇ ਕਲੀਅਰ ਕਰਤਾ ਆ। ਸੈਪਟੈਂਬਰ ਔਨਵਰਡਸ ਉਹਨਾਂ ਨੇ ਵਰਕ ਪਰਮਿਟ ਅਤੇ PR ਦੀ ਐਪਲੀਕੇਸ਼ਨਸ, ਜਿਨ੍ਹਾਂ ਨੂੰ EOI ਆਇਆ ਹੋਇਆ ਹੈ ਜਾਂ ਜਿਨ੍ਹਾਂ ਨੂੰ ਵਰਕ ਪਰਮਿਟ ਦੇ ਨਾਲ ਲੀਮੀਆ ਦੇ ਨਾਲ PNP ਆਈ ਹੋਈ ਆ, ਉਹਨਾਂ ਦੀਆਂ ਪਾਸਪੋਰਟ ਰਿਕੁਐਸਟ ਆਉਣੀਆਂ ਪੈਂਡਿੰਗ ਨੇ। ਹੁਣ ਇਹਨਾਂ ਨੇ ਉਹ ਬੈਕਲੌਗ ਕਲੀਅਰ ਕਰਨਾ ਆ। ਪਲੱਸ ਜਿਹੜੀਆਂ ਇਹਨਾਂ ਨੇ ਔਨਸ਼ੋਰ PR ਬਣੀਆਂ ਸੀਗੀਆਂ, 2 ਡਰਾਅ ਕੱਢੇ ਸੀ, ਮੈਨੂੰ ਇਸ ਟਾਈਮ 'ਤੇ ਫਿਗਰ ਯਾਦ ਨਹੀਂ, ਬਟ ਮੇਰੇ ਖਿਆਲ 'ਚ 30,000 ਦੇ ਕਰੀਬ ਇੱਕ ਵਾਰ ਬੱਚਾ ਲਿਆ ਸੀ, ਉਹਨਾਂ ਨੇ 20,000 ਦੇ ਕਰੀਬ ਇੱਕ ਵਾਰ ਬੱਚਾ ਲਿਆ ਸੀ। ਉਹ 50,000 ਬੱਚੇ ਦਾ ਜਿਹੜਾ ਬੈਕਲੌਗ ਸੀ ਉਹ ਵੀ ਉਹਨਾਂ ਨੇ ਆਲਮੋਸਟ ਕਲੀਅਰ ਕਰ ਦਿੱਤਾ ਹੈ ਜੀ। ਹੁਣ ਉਹਨਾਂ ਕੋਲ ਪਿੱਛੇ ਐਪਲੀਕੇਸ਼ਨਸ ਬਚੀਆਂ ਕਿਹੜੀਆਂ ਨੇ? ਉਹ ਬਚੀਆਂ ਨੇ ਜਾਂ ਤਾਂ ਐਕਸਪ੍ਰੈਸ ਐਂਟਰੀ ਜਾਂ ਫਿਰ ਜਿਹੜੀਆਂ ਉਹਨਾਂ ਕੋਲ ਰਿਫਿਊਜੀ ਐਪਲੀਕੇਸ਼ਨਸ ਆ ਰਹੀਆਂ ਨੇ। ਜਿੱਦਾਂ ਅਫਗਾਨਿਸਤਾਨ ਦੇ ਵਿੱਚ ਇੱਕ ਸਿਚੁਏਸ਼ਨ ਪੈਦਾ ਹੋ ਗਈ, ਉਹਨਾਂ ਨੇ ਉੱਥੇ ਇਮੀਗ੍ਰੇਸ਼ਨ ਉੱਥੇ ਤੋਂ ਲੋਕਾਂ ਨੂੰ ਰਿਫਿਊਜੀ ਵੀਜ਼ਾ ਦੇਣਾ ਸ਼ੁਰੂ ਕਰਤਾ ਆ। ਜਿੱਦਾਂ ਪਿਛਲੇ ਸਾਲ ਆਪਾਂ ਦੇਖਿਆ ਸੀਗਾ ਹਾਂਗਕਾਂਗ ਦੇ ਉੱਪਰ ਚਾਈਨਾ ਨੇ ਕਿੱਦਾਂ ਫੋਰਸਫੁਲੀ ਟੇਕ ਓਵਰ ਕਰ ਲਿਆ। ਉਹਨਾਂ ਨੇ ਹਾਂਗਕਾਂਗ ਦੇ ਲੋਕਾਂ ਨੂੰ ਕੁਝ ਆਪਸ਼ਨਸ ਦਿੱਤੀਆਂ ਕਿ ਤੁਸੀਂ ਕੈਨੇਡਾ ਸ਼ਿਫਟ ਕਰ ਸਕਦੇ ਹੋ, ਆਪਣਾ ਬਿਜ਼ਨਸ ਸ਼ਿਫਟ ਕਰ ਸਕਦੇ ਹੋ। ਤਾਂ ਇਹ ਰਿਫਿਊਜੀ ਡਿਪਾਰਟਮੈਂਟ ਹੈ, ਬਟ ਇਹਦਾ ਡਿਪਾਰਟਮੈਂਟ ਹੀ ਟੋਟਲੀ ਡਿਫਰੈਂਟ ਹੁੰਦਾ ਆ। ਇਹ ਜ਼ਿਆਦਾਤਰ ਪੋਲੀਟੀਕਲ ਸੁਪਰਵਿਜ਼ਨ ਦੇ ਅੰਡਰ ਆਉਂਦਾ ਹੁੰਦਾ ਆ। ਤਾਂ ਹੁਣ ਜੇ ਆਪਾਂ ਦੇਖੀਏ ਵਰਕ ਪਰਮਿਟ ਵੀ ਕਲੀਅਰ ਹੋ ਰਿਹਾ, PR ਦੀ ਐਪਲੀਕੇਸ਼ਨਾਂ ਵੀ ਕਲੀਅਰ ਹੋ ਰਹੀਆਂ ਨੇ, ਸਟੂਡੈਂਟ ਵੀ ਕਲੀਅਰ ਹੋ ਰਿਹਾ। ਉਹਨਾਂ ਕੋਲ ਪਿੱਛੇ ਐਪਲੀਕੇਸ਼ਨ ਕੋਈ ਨਹੀਂ ਬਚਦੀ ਜਿਹਦਾ ਉਹਨਾਂ ਕੋਲ ਬੈਕਲੌਗ ਪਿਆ ਹੋਵੇ। ਤਾਂ ਅਜ਼ਿਊਮ ਇਹ ਕਰਿਆ ਜਾਂਦਾ ਕਿ ਹੁਣ ਨੈਕਸਟ ਟਾਰਗੇਟ ਆਫਸ਼ੋਰ ਐਕਸਪ੍ਰੈਸ ਐਂਟਰੀ ਦਾ ਡਰਾਅ ਆਉਣਾ ਆ, ਜਿਨ੍ਹਾਂ ਕੋਲ ਓਵਰਸੀਜ਼ ਐਕਸਪੀਰੀਅੰਸ ਹੈ। ਉਹਨਾਂ ਨੇ ਕੈਨੇਡਾ ਤੋਂ ਬਾਹਰ ਤੋਂ ਬੰਦੇ ਚੱਕਣੇ ਨੇ। ਹੁਣ ਜੇ ਆਪਾਂ ਗੱਲ ਕਰੀਏ ਕਿ ਸਕੋਰ ਕਿੱਥੇ ਤੱਕ ਜਾਊਗਾ, ਲਾਸਟ ਡਰਾਅ ਜਿਹੜਾ ਆਇਆ ਸੀਗਾ 468 'ਤੇ ਆਇਆ ਸੀਗਾ। ਉਸ ਟਾਈਮ ਤੱਕ ਆਪਾਂ ਇਹ ਦੇਖਿਆ ਸੀਗਾ ਕਿ ਜਿਹੜੀਆਂ ਐਪਲੀਕੇਸ਼ਨ ਐਕਸਪ੍ਰੈਸ ਐਂਟਰੀ ਦੇ ਉੱਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਪਈਆਂ ਹੋਈਆਂ ਸੀਗੀਆਂ 470 ਤੱਕ ਉਹਨਾਂ ਨੇ 95-98% ਐਪਲੀਕੇਸ਼ਨਸ ਕਲੀਅਰ ਕਰਤੀਆਂ ਸੀ। ਬਟ ਹੁਣ ਇਹਦੇ ਵੇਟੇਜ ਆਉਣ ਕਰਕੇ ਨਵੀਆਂ ਐਪਲੀਕੇਸ਼ਨਸ ਵੀ ਪੂਲ 'ਚ ਐਂਟਰ ਹੋਈਆਂ ਹੋਣਗੀਆਂ। ਤਾਂ ਉਹ ਪੂਲ ਦੀ ਐਂਟਰੀ ਨੂੰ ਦੇਖ ਕੇ ਇਹ ਲੱਗਦਾ ਹੈ ਵੀ ਜਿਹੜਾ ਡਰਾਅ ਆ ਉਹ 470 ਪਲੱਸ ਹੀ ਜਾਊਗਾ। 470 ਪਲੱਸ ਦਾ ਮੀਨਸ ਕਿ ਤੁਹਾਡੇ ਕੋਲ ਮਾਸਟਰਸ 3 ਸਾਲ ਦਾ ਐਕਸਪੀਰੀਅੰਸ ਪਲੱਸ 778 ਤੋਂ ਵੀ ਤੁਹਾਨੂੰ ਉੱਤੇ ਵਾਲਾ ਲੈਵਲ ਆਇਲਟਸ ਦਾ ਅਚੀਵ ਕਰਨਾ ਪਊਗਾ, ਜਾਂ ਫਿਰ ਤੁਹਾਨੂੰ 3-4 ਡਰਾਅ ਹੋਰ ਵੇਟ ਕਰਨਾ ਪਊਗਾ ਕਿ 470 ਤੋਂ ਉੱਤੇ ਵਾਲਾ ਬੈਕਲੌਗ ਜਿਹੜਾ 470 ਦੇ ਉੱਪਰ ਵਾਲੀਆਂ ਐਪਲੀਕੇਸ਼ਨਸ ਨੇ ਉਹ ਕਲੀਅਰ ਹੋ ਜਾਣ ਅਤੇ ਡਰਾਅ 470 ਤੋਂ ਥੱਲੇ ਆ ਜਾਵੇ। ਬਟ ਇਹ ਬਹੁਤ ਹੀ ਹਾਈਲੀ ਅਨਲਾਈਕਲੀ ਚਾਂਸ ਹੋਊਗਾ ਕਿ ਜਿੱਥੇ ਡਰਾਅ 450-440 ਤੱਕ ਚਲਾ ਜਾਵੇ। ਬਟ ਇਹ ਮੇਰੇ ਖਿਆਲ 'ਚ ਮੇਰੀ ਅਸੈਸਮੈਂਟ ਦੇ ਅਕੋਰਡਿੰਗਲੀ ਇੰਨਾ ਤੋਂ ਲੋ ਨਹੀਂ ਜਾਂਦਾ। ਤਾਂ ਡਰਾਅ 470 ਦੇ ਅਬਾਬ ਹੀ ਜਾਣ ਦੀ ਉਮੀਦ ਹੈ, ਅਤੇ ਡਰਾਅ ਅਗਲੇ 3 ਮਹੀਨਿਆਂ ਦੇ ਵਿੱਚ 1 ਜਾਂ 2 ਡਰਾਅ ਸਾਨੂੰ ਸ਼ਾਇਦ ਦੇਖਣ ਨੂੰ ਮਿਲ ਜਾਣਗੇ। ਸੋ ਜੇ ਤੁਸੀਂ ਵੀ ਆਪਣੀ ਐਕਸਪ੍ਰੈਸ ਐਂਟਰੀ ਦੀ ਅਸੈਸਮੈਂਟ ਦੇਖ ਰਹੇ ਹੋ, ਤੁਸੀਂ ਆਪਣੀ ਵੈਸ ਕਰਵਾ ਲਈ ਆ, ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਐਪਲੀਕੇਸ਼ਨ ਆਪਣੀ ਪੂਲ 'ਚ ਐਂਟਰ ਕਰੋ। ਤੁਹਾਡੀ ਕੋਈ ਵੀ ਕੁਐਰੀਜ਼ ਹੈਗੀਆਂ ਨੇ, ਇੰਡੋਜ਼ ਇੰਟਰਨੈਸ਼ਨਲ ਤੁਸੀਂ ਮੋਹਾਲੀ ਵਿਜ਼ਿਟ ਕਰ ਸਕਦੇ ਹੋ।
ਸਾਨੂੰ ਓਵਰ ਦਾ ਫੋਨ ਸੰਪਰਕ ਕਰ ਸਕਦੇ ਹੋ, ਜਾਂ ਈਮੇਲ 'ਤੇ ਤੁਸੀਂ ਆਪਣਾ CV ਸ਼ੇਅਰ ਕਰ ਸਕਦੇ ਹੋ। ਅਸੀਂ ਤੁਹਾਨੂੰ ਰਿਵਰਟ ਕਰਦੇ ਰਹਾਂਗੇ ਜੀ। ਧੰਨਵਾਦ।